A question of following are the extract from the trial balance of a firm. Trial balance given additional information क्या है given ਹੈਗੀ ਇਹਦੇ ਵਿੱਚ ਆਪਾਂ ਨੂੰ ਕਿਹਾ ਹੋਵੇਗਾ additional bad debt are 2000 and additional discount 1000. Create provision for doubtful debts at 10% on debtors, provision for discount on debtors at 5%. Pass journal entry and show the different item in forms final account. मतलब P&L ਤੇ बैलेंस शीट ਦੇ ਵਿੱਚ ਆਪਾਂ ਨੇ ਇਹਨੂੰ ਦਿਖਾਣਾ ਗਾ ਤਾਂ ਉਹਦੇ ਵਿੱਚ ਆਪਾਂ ਕੀ ਲਿਖਾਂਗੇ ਸਭ ਤੋਂ ਪਹਿਲਾਂ ਬੈਡ ਡੈਟ ਲਿਖਾਂਗੇ ਜੋ ਆਪਣੇ ਹੈਗੇ ਫਰਦਰ ਬੈਡ ਡੈਟ ਐਡ ਕਰ ਦਾਂਗੇ ਨਿਊ ਪ੍ਰੋਵੀਜ਼ਨ ਜੋ ਬਣਾਈ ਹੈਗੀ ਉਹ ਐਡ ਕਰ ਦਾਂਗੇ ਓਲਡ ਪ੍ਰੋਵੀਜ਼ਨ ਮਾਈਨਸ ਕਰ ਦਾਂਗੇ ਤਾਂ ਆਪਣੇ ਕੋਲ ਬੈਡ ਡੈਟ ਦਾ ਆ ਜਾਏਗਾ। ਉਸ ਤੋਂ ਬਾਅਦ ਡਿਸਕਾਊਂਟ ਦਾ ਇਹਦੇ ਵਿੱਚ ਫਰਦਰ ਡਿਸਕਾਊਂਟ ਐਡ ਕਰ ਦਾਂਗੇ ਨਿਊ ਪ੍ਰੋਵੀਜ਼ਨ ਆ ਜਾਏਗੀ। ਮਤਲਬ ਨਿਊ ਪ੍ਰੋਵੀਜ਼ਨ ਆਪਾਂ ਕੈਲਕੂਲੇਟ ਕਰਾਂਗੇ ਉਹ ਕਿਵੇਂ ਕੈਲਕੂਲੇਟ ਕਰਾਂਗੇ ਜੋ ਨਿਊ ਪ੍ਰੋਵੀਜ਼ਨ ਆ ਡਿਸਕਾਊਂਟ ਔਨ ਡੈਟਰ ਦੀ ਉਹਦੇ ਲਈ ਆਪਾਂ ਕੀ ਕਰਾਂਗੇ ਡੈਟਰ ਦੇ ਵਿੱਚ ਫਰਦਰ ਬੈਡ ਡੈਟ ਫਰਦਰ ਡਿਸਕਾਊਂਟ ਮਾਈਨਸ ਕਰ ਦਾਂਗੇ ਅਤੇ ਜੋ ਨਿਊ ਪ੍ਰੋਵੀਜ਼ਨ ਬਣਾਈ ਸੀ ਡਾਊਟਫੁਲ ਡੈਟ ਦੀ ਉਹ ਮਾਈਨਸ ਕਰ ਦਾਂਗੇ। ਮਤਲਬ ਨਵੀਆਂ ਚੀਜ਼ਾਂ ਸਾਰੀਆਂ ਮਾਈਨਸ ਕਰਨ ਤੋਂ ਬਾਅਦ ਜੋ ਸਾਡੇ ਕੋਲ ਆ ਜਾਏਗਾ ਉਹਦੇ 'ਤੇ ਅਸੀਂ ਪ੍ਰੋਵੀਜ਼ਨ ਲਗਾਉਣੀ ਹੈ। ਠੀਕ ਹੈ 97,000 ਆਪਣਾ ਫਰਦਰ ਬੈਡ ਡੈਟ ਡਿਸਕਾਊਂਟ ਅਲਾਊਡ ਨੂੰ ਮਾਈਨਸ ਕਰਨ ਤੋਂ ਬਾਅਦ ਆਇਆ ਸੀ ਉਹਦੀ ਪ੍ਰੋਵੀਜ਼ਨ ਆਪਣੀ 9700 ਆ ਗਈ ਸੀਗੀ। ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈਗਾ ਉਹਦੇ 'ਤੇ ਪ੍ਰੋਵੀਜ਼ਨ ਕ੍ਰੀਏਟ ਕਰਨੀ ਹੈਗੀ। ਫਿਰ ਜਿਹੜੀ ਓਲਡ ਪ੍ਰੋਵੀਜ਼ਨ ਸੀ ਡਿਸਕਾਊਂਟ ਦੀ ਉਹ ਮਾਈਨਸ ਕਰ ਦਾਂਗੇ ਅਤੇ ਆਪਣੇ ਕੋਲ ਡਿਸਕਾਊਂਟ ਦਾ ਬੈਲੈਂਸ ਆ ਜਾਏਗਾ। ਉਸ ਤੋਂ ਬਾਅਦ ਬੈਲੈਂਸ ਸ਼ੀਟ ਦੇ ਵਿੱਚ ਇਹਨੂੰ ਸ਼ੋ ਕਰਨਾ ਹੈਗਾ ਡੈਟਰਸ ਦੇ ਵਿੱਚੋਂ ਫਰਦਰ ਬੈਡ ਡੈਟ ਮਾਈਨਸ ਕਰਨੇ ਆ ਫਰਦਰ ਡਿਸਕਾਊਂਟ ਮਾਈਨਸ ਕਰਨਾ ਹੈਗਾ ਅਤੇ ਜੋ ਪ੍ਰੋਵੀਜ਼ਨ ਬਣਾਈ ਹੈਗੀ ਆਪਾਂ ਡਾਊਟਫੁਲ ਡੈਟਸ ਦੀ ਅਤੇ ਪ੍ਰੋਵੀਜ਼ਨ ਡਿਸਕਾਊਂਟ ਔਨ ਡੈਟਰ ਦੀ ਸਾਰਾ ਕੁਝ ਮਾਈਨਸ ਕਰਨ ਤੋਂ ਬਾਅਦ ਜੋ ਬੈਲੈਂਸ ਆ ਜਾਏਗਾ ਉਹ ਇੱਥੇ ਅਸੀਂ ਸ਼ੋ ਕਰਾਂਗੇ ਕਿ ਆਪਾਂ ਇਹਦੇ ਵਿੱਚ ਜਦੋਂ ਡੈਟਰ ਦੀ ਪ੍ਰੋਵੀਜ਼ਨ ਕੈਲਕੂਲੇਟ ਕਰਦੇ ਹਾਂ ਉਹ ਕਿਵੇਂ ਕਰਦੇ ਹੈਗੇ ਜੋ ਐਡੀਸ਼ਨਲ ਬੈਡ ਡੈਟ ਆ ਅਤੇ ਐਡੀਸ਼ਨਲ ਡਿਸਕਾਊਂਟ ਆ ਉਹਨੂੰ ਮਾਈਨਸ ਕਰਨ ਤੋਂ ਬਾਅਦ ਜੋ ਵੈਲਿਊ ਆਉਂਦੀ ਹੈ ਉਹਦੇ 'ਤੇ ਲਗਾਉਣਾ ਹੈ। ਠੀਕ ਹੈ ਫਰਦਰ ਬੈਡ ਡੈਟ ਅਤੇ ਫਰਦਰ ਡਿਸਕਾਊਂਟ ਨੂੰ ਮਾਈਨਸ ਕਰਨਾ ਹੈ ਡੈਟਰ ਦੇ ਵਿੱਚੋਂ ਅਤੇ ਜੋ ਵੈਲਿਊ ਆ ਜਾਏਗੀ ਉਹਦੇ 'ਤੇ ਆਪਾਂ ਪ੍ਰੋਵੀਜ਼ਨ ਕੈਲਕੂਲੇਟ ਕਰਾਂਗੇ। ਜਨਰਲ ਐਂਟਰੀਜ਼ ਪ੍ਰਿਪੇਅਰ ਕਰ ਲਾਂਗੇ ਪਹਿਲਾਂ ਬੈਡ ਡੈਟਸ ਟੂ ਸਨਡਰੀ ਡੈਟਰਸ ਆ ਜਾਏਗਾ ਫਿਰ ਪ੍ਰੋਵੀਜ਼ਨ ਫॉर डाउटफुल डेट्स टू बैड डेट आ जाएगा फिर प्रॉफिट एंड लॉस अकाउंट टू प्रोविजन फॉर डाउटफुल डेट्स आ जाएगा फिर डिस्काउंट अलाउड टू सनडरी डेटर्स उस तो बाद प्रोविजन फॉर डिस्काउंट ऑन डेटर टू डिस्काउंट अलाउड प्रॉफिट एंड लॉस टू प्रोविजन फॉर डिस्काउंट ऑन डेटर्स। आप जो प्रोविजन क्रिएट करनी है उन्होंने क्रेडिट करते हैं इस करके प्रोविजन आप क्रेडिट साइड पर लिख रहे हैं। ठीक है दोनों के P&L डेबिट कर देंगे तो प्रोविजन क्रेडिट कर देंगे तो जिथे प्रोविजन अपनी डेबिट हो रही है यदा मतलब उन्होंने उस प्रोविजन असी खत्म कर रहे हैं एक तरीके नाल। ठीक है वो डिस्काउंट वगैरह कवर कर रहे हैं। इतने अपनी दूजी एंट्री सी प्रोविजन फॉर डाउटफुल डेट्स टू बैड डेट उत्थे आप बैड डेट कवर किए एक तरीके नाल खत्म ही की प्रोविजन इस करके उत्थे उन्होंने डेबिट किया। क्वेश्चन आ कंपनी मेनटेन इट्स प्रोविजन ऑफ बैड डेट एंड आ प्रोविजन फॉर डिस्काउंट ऑन डेटर्स ਆਪਾਂ ਨੂੰ ਆ ਇਨਫੋਰਮੇਸ਼ਨ ਦਿੱਤੀ ਵੀ ਹੈਗੀ। ਉਸ ਤੋਂ ਬਾਅਦ ਕਿਹਾ ਹੋਵੇਗਾ ਸਨਡਰੀ ਡੈਟਰ ਬਿਫੋਰ ਰਾਈਟਿੰਗ ਆਫ ਬੈਡ ਡੈਟ ਐਂਡ ਡਿਸਕਾਊਂਟ ਅਮਾਊਂਟਡ ਟੂ 60,000 ਔਨ 31 ਮਾਰਚ 2023 ਐਂਡ 42,000 ਔਨ 31 ਮਾਰਚ 2024। 1 ਅਪ੍ਰੈਲ 2022 ਨੂੰ ਪ੍ਰੋਵੀਜ਼ਨ ਫॉर ਬੈਡ ਡੈਟ ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟਰ ਅਕਾਊਂਟ ਹੈਡ ਬੈਲੈਂਸ ਆਫ 4550 ਐਂਡ 800 ਰਿਸਪੈਕਟਿਵਲੀ। ਸ਼ੋ ਪ੍ਰੋਵੀਜ਼ਨ ਫॉर ਬੈਡ ਡੈਟ ਅਕਾਊਂਟ ਐਂਡ ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟਰ ਅਕਾਊਂਟ ਫॉर 2023-24। ਤਾਂ ਸਭ ਤੋਂ ਪਹਿਲਾਂ ਆਪਾਂ प्रोविजन फॉर बैड डेट अकाउंट क्रिएट कर लेंगे आ जो रिजर्व फॉर बैड डेट अकाउंट सेम ही है। ठीक है यदा बैलेंस आप किस साइड पर लिखांगे क्रेडिट साइड पर क्योंकि प्रोविजन अपनी लैबिलिटी है लैबिलिटी का बैलेंस किधर आता होंगे क्रेडिट साइड पर बाय बैलेंस ब्रॉड डाउन लिख देंगे क्वेश्चन के दिता हुआ सी ओपनिंग बैलेंस। उस तो बाद अपन बैड डेट हुए है बैड डेट डेबिट साइड पर लिख देंगे तो जो ये अपन क्या होगा बैलेंस कैरी डाउन वो आप किमें कैलकुलेट करांगे जो डेटर दिते हुए थे इतने 60,000 31 मार्च 2023 में पहला आप 2023 वाला बना रहे हैं तो वो आप 800 बैड डेट तो फरदर डिस्काउंट जो दिता वो आप माइनस करांगे। ठीक है माइनस करने तो बाद जो आ जाएगा मतलब 58,000 आ गया वो आप 5% प्रोविजन क्रिएट करांगे तो जो दोनों साइडों का टोटल करांगे जो बैलेंसिंग फिगर आ जाएगी वो साडा 2 P&L के नाम नाल इत्थे लिख देंगे। उस तो बाद जिहड़ा बैलेंस कैरी डाउन आया सी उन्होंने अगे बैलेंस ब्रॉड डाउन कर लाँगे तो इत्थे जो अपना बैड डेट हुए है डेबिट साइड पर लिख देंगे बैलेंस कैरी डाउन आप फिर क्रिएट करांगे। बैलेंस कैरी डाउन किमें करांगे 42,000 सी 42,000 के विचों 1500 बैड डेट सी डिस्काउंट अलाउड 2024 का 500 सीगा दोनों ऐड करके मतलब 2000 आ गया 2040 42 चो माइनस करके 40,000 आ जाऊगा वह 5% आप बैलेंस कैरी डाउन लिख देंगे। दोनों साइड टोटल करांगे जो बैलेंसिंग फिगर आ जाएगी वो क्रेडिट साइड पर आ रही है वो बाय P&L के नाम नाल आप 600 रुपया लिख देंगे। उस तो बाद प्रोविजन फॉर डिस्काउंट ऑन डेटर अकाउंट बना लाँगे वो बैलेंस ब्रॉड डाउन डेबिट साइड पर लिख देंगे। बैलेंस ब्रॉड डाउन अपन क्वेश्चन के दिता हुआ उस तरीके देख के लिख देंगे डिस्काउंट दिता
ਡੈਬਿਟ ਸਾਈਡ ਤੇ ਲਿਖ ਦਾਂਗੇ। ਇਹ ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟਰ ਵੀ ਆਪਣਾ ਲਾਇਬਿਲਿਟੀ ਹੀ ਆ, ਤਾਂ ਇਸ ਕਰਕੇ ਇਹਦਾ ਵੀ ਓਪਨਿੰਗ ਬੈਲੈਂਸ ਆਪਾਂ ਕ੍ਰੈਡਿਟ ਸਾਈਡ ਤੇ ਲਿਖਿਆ ਹੈਗਾ। ਠੀਕ ਹੈ, ਫਿਰ ਡਿਸਕਾਊਂਟ ਡੈਬਿਟ ਸਾਈਡ ਤੇ ਲਿਖ ਦਾਂਗੇ। ਉਸ ਤੋਂ ਬਾਅਦ ਬੈਲੈਂਸ ਕੈਰੀ ਡਾਊਨ ਆਪਾਂ ਕ੍ਰੀਏਟ ਕਰਾਂਗੇ। 55000 ਤਾਂ ਆਪਾਂ ਪਿਛਲੇ ਕੁਐਸਚਨ 'ਚ ਕੱਢ ਹੀ ਲਿਆ ਸੀਗਾ, ਮਤਲਬ ਸਾਰੀਆਂ ਚੀਜ਼ਾਂ ਮਾਈਨਸ ਕਰਨ ਤੋਂ ਬਾਅਦ 58000 ਆਇਆ ਸੀਗਾ। 58000 ਦੇ ਵਿੱਚੋਂ ਹੁਣ 2900 ਆਪਣੀ ਜੋ ਹੈ ਪ੍ਰੋਵੀਜ਼ਨ ਕ੍ਰੀਏਟ ਕੀਤੀ ਹੈ ਉਹ ਵਾਲੀ ਮਾਈਨਸ ਕਰ ਦਾਂਗੇ। ਮਾਈਨਸ ਕਰਨ ਤੋਂ ਬਾਅਦ ਜੋ ਆ ਜਾਏਗਾ ਉਹਦੇ ਤੇ ਆਪਾਂ ਕੀ ਕਰਾਂਗੇ, ਬੈਲੈਂਸ ਕੈਰੀ ਡਾਊਨ 2% ਲਗਾ ਦਾਂਗੇ। ਉਸ ਤੋਂ ਬਾਅਦ ਇੱਧਰ ਦੋਨੋਂ ਸਾਰੇ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਬਾਈ P&L ਇੱਥੇ ਲਿਖ ਦਾਂਗੇ। ਉਸ ਤੋਂ ਬਾਅਦ 2023 ਦਾ ਅਗਲੇ 2000 ਮਤਲਬ 1 ਅਪ੍ਰੈਲ 2023 ਨੂੰ ਬੈਲੈਂਸ ਉਹੀ ਬਰੋਡ ਡਾਊਨ ਹੋ ਜਾਏਗਾ 1102 ਰੁਪਏ। ਅਤੇ ਇੱਧਰ ਡਿਸਕਾਊਂਟ ਜੋ ਫਰਦਰ ਅਗਲੇ ਸਾਲ ਦਿੱਤਾ ਗਾ ਉਹ ਲਿਖ ਦਾਂਗੇ ਆਪਾਂ। ਅਗਲੇ ਸਾਲ ਉਹੀ ਮਾਰਚ 24 ਦੇ ਵਿੱਚ ਜੋ ਆਪਾਂ ਪ੍ਰੋਵੀਜ਼ਨ ਕ੍ਰੀਏਟ ਕੀਤੀ ਸੀਗੀ 40000 ਦਾ 5%, 2000 ਉਹ ਇਹਦੇ ਵਿੱਚੋਂ 40000 ਚੋਂ ਮਾਈਨਸ ਕਰ ਦਾਂਗੇ। 38000 ਦਾ 2% ਆਪਾਂ ਇੱਥੇ ਲਿਖਾਂਗੇ ਅਤੇ ਦੋਨੋਂ ਸਾਰੇ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਬਾਈ P&L ਦੇ ਨਾਮ ਨਾਲ ਲਿਖ ਦਾਂਗੇ। 31ਵਾਂ ਕੁਐਸਚਨ, ਅ ਫਰਮ ਹੈਡ ਦਾ ਫੋਲੋਇੰਗ ਬੈਲੈਂਸਿਸ ਔਨ 1 ਜਨਵਰੀ 2023। ਆ ਇਨਫੋਰਮੇਸ਼ਨ ਦਿੱਤੀ ਵੀ ਹੈ, ਇਹਦੇ ਵਿੱਚ ਆਪਾਂ ਨੂੰ ਦਿੱਤਾ ਵਾ ਅੱਗੇ ਡੂਰਿੰਗ ਦ ਈਅਰ ਬੈਡ ਡੈਟ ਅਮਾਊਂਟਡ ਟੂ 2000, ਡਿਸਕਾਊਂਟ ਅਲਾਊਡ ਵਰ 100, ਡਿਸਕਾਊਂਟ ਰਿਸੀਵ ਇੰਨਾ। ਡੂਰਿੰਗ 2023 ਦਾ ਉਸ ਤੋਂ ਬਾਅਦ ਦਿੱਤਾ ਵਾ, ਠੀਕ ਹੈ, ਬੈਡ ਡੈਟ, ਡਿਸਕਾਊਂਟ ਅਲਾਊਡ, ਰਿਸੀਵਡ, ਗਿਵਨ ਸਾਰਾ ਦਿੱਤਾ ਵਾ। ਉਸ ਤੋਂ ਬਾਅਦ ਫਿਰ ਦਿੱਤਾ ਵਾ ਟੋਟਲ ਡੈਟਰ ਔਨ ਦਸੰਬਰ 31 2023 ਬਰ 48 ਬਿਫੋਰ ਰਾਈਟਿੰਗ ਆਫ ਬੈਡ ਡੈਟ ਬਟ ਆਫਟਰ ਅਲੋਇੰਗ ਡਿਸਕਾਊਂਟ। ਡਿਸਕਾਊਂਟ ਤੋਂ ਬਾਅਦ ਤਾਂ ਇਸ ਕਰਕੇ ਡਿਸਕਾਊਂਟ ਨੂੰ ਫਿਰ ਇਹਦੇ ਵਿੱਚ ਆਪਾਂ ਕੰਸੀਡਰ ਨਹੀਂ ਕਰਾਂਗੇ ਜਦੋਂ ਆਪਾਂ ਮਤਲਬ ਪ੍ਰੋਵੀਜ਼ਨ ਕ੍ਰੀਏਟ ਕਰਾਂਗੇ। ਠੀਕ ਹੈ, ਤਾਂ ਇੱਥੇ ਆਪਾਂ ਨੂੰ ਫਿਰ ਇਹਦੇ ਵਿੱਚ ਉਹਦੀ ਲੋੜ ਨਹੀਂ ਗੀ। ਜਿਵੇਂ ਆਪਾਂ ਪਿਛਲੇ ਕੁਐਸਚਨ ਦੇ ਵਿੱਚ ਕੀ ਕੀਤਾ ਸੀਗਾ, ਡਿਸਕਾਊਂਟ ਨੂੰ ਮਾਈਨਸ ਕੀਤਾ ਸੀਗਾ ਨਵੀਂ ਪ੍ਰੋਵੀਜ਼ਨ ਕੈਲਕੂਲੇਟ ਕਰਨ ਵਾਸਤੇ, ਬਟ ਇੱਥੇ ਆਪਾਂ ਨੂੰ ਡਿਸਕਾਊਂਟ ਨੂੰ ਮਾਈਨਸ ਕਰਨ ਦੀ ਲੋੜ ਨਹੀਂ ਗੀ 2023 ਦੇ ਵੇਲੇ ਜਦੋਂ ਆਪਾਂ ਪ੍ਰੋਵੀਜ਼ਨ ਕੈਲਕੂਲੇਟ ਕਰਨੀ। ਉਸ ਤੋਂ ਬਾਅਦ 31 ਦਸੰਬਰ 2024 ਨੂੰ ਗਿਆ ਵਾ, ਅਮਾਊਂਟ ਵਾਜ 19,000 ਆਫਟਰ ਰਾਈਟਿੰਗ ਆਫ ਬੈਡ ਡੈਟ ਤੋਂ ਬਾਅਦ ਬਟ ਡਿਸਕਾਊਂਟ ਤੋਂ ਪਹਿਲਾਂ। ਤਾਂ ਇੱਥੇ ਡਿਸਕਾਊਂਟ ਨੂੰ ਫਿਰ ਆਪਾਂ ਕੀ ਕਰਾਂਗੇ, ਮਾਈਨਸ ਕਰਾਂਗੇ। ਠੀਕ ਹੈ, ਤਾਂ ਹੁਣ ਆਪਾਂ ਪ੍ਰੋਵੀਜ਼ਨ ਕੈਲਕੂਲੇਟ ਮਤਲਬ ਅਕਾਊਂਟ ਬਣਾ ਲੈਣੇ। ਇਹਦੇ ਵਿੱਚ ਬੈਲੈਂਸ ਬਰੋਡ ਡਾਊਨ ਪ੍ਰੋਵੀਜ਼ਨ ਦਾ ਜੋ ਦਿੱਤਾ ਸੀ ਉਹ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ, ਬੈਡ ਡੈਟ ਡੈਬਿਟ ਸਾਈਡ 'ਤੇ ਲਿਖ ਦਾਂਗੇ, ਅਤੇ ਬੈਲੈਂਸ ਕੈਰੀ ਡਾਊਨ ਆਪਾਂ ਪ੍ਰੋਵੀਜ਼ਨ ਕ੍ਰੀਏਟ ਕਿਵੇਂ ਕਰਾਂਗੇ, ਜੋ ਆਪਣੇ ਕੋਲ 48,000 ਡੈਟਰ ਸੀਗੇ ਉਹਦੇ ਵਿੱਚੋਂ ਬੈਡ ਡੈਟ ਇਕੱਲੇ ਮਾਈਨਸ ਕਰਾਂਗੇ ਬਟ ਡਿਸਕਾਊਂਟ ਨੂੰ ਕੰਸੀਡਰ ਨਹੀਂ ਕਰਾਂਗੇ। 23 ਮਤਲਬ 46,000 'ਤੇ 5% ਕੀਤਾ 2300 ਆ ਗਿਆ। ਉਸ ਤੋਂ ਬਾਅਦ ਇੱਥੇ ਆਪਾਂ ਬਾਈ P&L ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਲਿਖ ਦਾਂਗੇ। ਫਿਰ ਜੋ ਬੈਲੈਂਸ ਕੈਰੀ ਡਾਊਨ ਸੀ ਉਹਨੂੰ ਅਗਲੇ ਸਾਲ ਬਰੋਡ ਡਾਊਨ ਕਰਾਂਗੇ। ਇਹਦੇ ਵਿੱਚ ਫਰਦਰ ਜੋ ਬੈਡ ਡੈਟ ਇਸ ਸਾਲ ਹੋਏ ਉਹ ਲਿਖਾਂਗੇ। ਅਤੇ ਬੈਲੈਂਸ ਕੈਰੀ ਡਾਊਨ ਹੁਣ ਆਪਾਂ ਕਿੰਨਾ ਕੱਢਾਂਗੇ, ਬੈਲੈਂਸ ਕੈਰੀ ਡਾਊਨ ਮਤਲਬ ਪ੍ਰੋਵੀਜ਼ਨ ਜੋ ਇਸ ਸਾਲ ਕ੍ਰੀਏਟ ਕਰਨੀ ਹੈ ਉਹ ਆਪਾਂ ਕਿਵੇਂ ਕਰਾਂਗੇ। ਇਹਨਾਂ ਨੇ ਕਿਹਾ ਸੀ 31 ਦਸੰਬਰ 2024 ਦਾ ਅਮਾਊਂਟ ਵਾਜ 19,000 ਆਫਟਰ ਰਾਈਟਿੰਗ ਆਫ ਦਾ ਬੈਡ ਡੈਟ ਤੋਂ ਬਾਅਦ ਬਟ ਬਿਫੋਰ ਅਲੋਇੰਗ ਡਿਸਕਾਊਂਟ। ਤਾਂ ਆਪਾਂ ਨੂੰ ਬੈਡ ਡੈਟ ਨੂੰ ਇਹਦੇ ਵਿੱਚ ਕੰਸੀਡਰ ਕਰਨ ਦੀ ਜ਼ਰੂਰਤ ਨਹੀਂ ਗੀ, ਬਟ ਡਿਸਕਾਊਂਟ ਨੂੰ ਕੰਸੀਡਰ ਕਰਨਾ ਪੈਣਾ, ਡਿਸਕਾਊਂਟ ਨੂੰ ਮਾਈਨਸ ਕਰਨਾ ਪੈਣਾ। ਡਿਸਕਾਊਂਟ ਇਸ ਸਾਲ 2000 ਦਿੱਤਾ ਸੀ ਤਾਂ 19,000 ਦੇ ਵਿੱਚੋਂ 2000 ਮਾਈਨਸ ਕਰਾਂਗੇ। ਠੀਕ ਹੈ, ਤਾਂ 17,000 ਆ ਗਏ, 17,000 ਦਾ 5% ਪ੍ਰੋਵੀਜ਼ਨ ਕ੍ਰੀਏਟ ਕਰਾਂਗੇ। ਉਸ ਤੋਂ ਬਾਅਦ ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਸਾਡਾ 2 P&L ਦੇ ਨਾਮ ਨਾਲ ਲਿਖ ਦਾਂਗੇ। ਉਸ ਤੋਂ ਬਾਅਦ ਪ੍ਰੋਵੀਜ਼ਨ ਫॉर ਡਿਸਕਾਊਂਟ ਔਨ ਡੈਟਰ ਅਕਾਊਂਟ ਬਣਾਵਾਂਗੇ, ਉਹਦੇ ਵਿੱਚ ਉਹੀ ਪ੍ਰੋਵੀਜ਼ਨ ਦਾ ਜੋ ਡਿਸਕਾਊਂਟ ਦਾ ਆਪਾਂ ਨੂੰ ਬੈਲੈਂਸ ਬਰੋਡ ਡਾਊਨ ਕਰ ਲਾਂਗੇ। ਕ੍ਰੈਡਿਟ ਸਾਈਡ 'ਤੇ ਜੋ ਡਿਸਕਾਊਂਟ ਦਿੱਤਾ ਉਹ ਡੈਬਿਟ ਸਾਈਡ 'ਤੇ ਲਿਖ ਦਾਂਗੇ। ਅਤੇ ਬੈਲੈਂਸ ਕੈਰੀ ਡਾਊਨ ਆਪਾਂ ਕਿਵੇਂ ਕੈਲਕੂਲੇਟ ਕਰਾਂਗੇ, ਆਪਾਂ ਪ੍ਰੋਵੀਜ਼ਨ ਫॉर ਬੈਡ ਐਂਡ ਡਾਊਟਫੁਲ ਡੈਟਸ ਅਕਾਊਂਟ ਬਣਾਇਆ ਸੀ, ਉਹਦੇ ਵਿੱਚ 46,000 ਬੈਲੈਂਸ ਕੈਰੀ ਡਾਊਨ 'ਤੇ ਪ੍ਰੋਵੀਜ਼ਨ ਲਾਈ ਸੀ। 46,000 ਦੇ ਵਿੱਚੋਂ 2300 ਆਪਣੀ ਨਿਊ ਪ੍ਰੋਵੀਜ਼ਨ ਆਪਣੀ ਡੈਟਰ ਦੀ ਸੀ, ਤਾਂ ਉਹ 2300 ਮਾਈਨਸ ਕਰਕੇ ਉਹਦੇ 'ਤੇ 2% ਲਗਾਵਾਂਗੇ। ਉਸ ਤੋਂ ਬਾਅਦ ਇਹੀ ਜੋ ਆ ਜਾਏਗਾ ਮਤਲਬ ਦੋਨੋਂ ਸਾਰੇ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ 2 P&L ਲਿਖ ਦਾਂਗੇ। ਉਸ ਤੋਂ ਬਾਅਦ ਅੱਗੇ ਬਾਈ ਬੈਲੈਂਸ ਬਰੋਡ ਡਾਊਨ ਕਰਾਂਗੇ ਅਤੇ ਉੱਥੇ ਆਪਾਂ 2 ਡਿਸਕਾਊਂਟ ਡੈਬਿਟ ਸਾਈਡ 'ਤੇ ਲਿਖ ਦਾਂਗੇ। ਅਤੇ ਬੈਲੈਂਸ ਕੈਰੀ ਡਾਊਨ ਉਹੀ ਹੁਣ 2024 ਵਾਲਾ 17,000 ਸੀ, 17,000 ਚੋਂ 850 ਘਟਾ ਦਾਂਗੇ। 850 ਘਟਾਉਣ ਤੋਂ ਬਾਅਦ 16,150 ਗਿਆ, ਉਹਦਾ 2% ਲਗਾਵਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਇਸ ਵਾਰ ਕ੍ਰੈਡਿਟ ਸਾਈਡ 'ਤੇ ਆ ਰਹੀ ਹੈ ਉਹ ਬਾਈ P&L ਅਸੀਂ ਲਿਖ ਦਾਂਗੇ। ਰਿਜ਼ਰਵ ਫॉर ਡਿਸਕਾਊਂਟ ਔਨ ਕ੍ਰੈਡਿਟ ਅਕਾਊਂਟ ਵੀ ਆਪਾਂ ਨੂੰ ਕੁਐਸਚਨ ਦੇ ਵਿੱਚ ਕਿਹਾ ਸੀ, ਇਹਦੇ ਵਿੱਚ ਆਪਾਂ ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖ ਦਾਂਗੇ, ਜੋ ਡਿਸਕਾਊਂਟ ਦਿੱਤਾ ਗਾ ਉਹ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ। ਇਹ ਉਹਦੇ ਨਾਲੋਂ ਆਪੋਜ਼ਿਟ ਹੈ, ਜੋ ਬੈਡ ਐਂਡ ਡਾਊਟਫੁਲ ਡੈਟ ਦਾ ਰਿਜ਼ਰਵ ਬਣਾਉਂਦੇ ਸੀ ਉਹ, ਠੀਕ ਹੈ, ਉਹਦੀ ਆਪਾਂ ਮਤਲਬ ਬੈਲੈਂਸ ਬਰੋਡ ਡਾਊਨ ਕ੍ਰੈਡਿਟ ਸਾਈਡ 'ਤੇ ਲਿਖਦੇ ਸੀਗੇ, ਡਿਸਕਾਊਂਟ ਉੱਧਰ ਡੈਬਿਟ ਸਾਈਡ 'ਤੇ ਲਿਖਦੇ ਸੀ, ਇਹ ਉਦੋਂ ਆਪੋਜ਼ਿਟ ਆ। ਅਤੇ ਇੱਧਰ ਬੈਲੈਂਸ ਬਰੋਡ ਡਾਊਨ ਡੈਬਿਟ ਸਾਈਡ 'ਤੇ ਲਿਖਾਂਗੇ, ਡਿਸਕਾਊਂਟ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ। ਜੋ ਬੈਲੈਂਸ ਕੈਰੀ ਡਾਊਨ ਹੋਇਆ ਹੈਗਾ ਉਹ ਆਪਾਂ ਮਤਲਬ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ ਬਾਈ P&L ਦੇ ਨਾਮ ਨਾਲ
ਲਿਖ ਦਾਂਗੇ। ਉਸ ਤੋਂ ਬਾਅਦ ਆਪਾਂ ਇੱਧਰ ਬੈਲੈਂਸ ਬਰੋਡ ਡਾਊਨ ਫਿਰ ਡੈਬਿਟ ਕਰ ਲਾਂਗੇ, ਜੋ ਕੈਰੀ ਡਾਊਨ ਸੀ ਉਹ ਇੱਧਰ ਬਰੋਡ ਡਾਊਨ ਹੋ ਜਾਣਾ। ਡਿਸਕਾਊਂਟ ਰਸੀਵ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ ਅਤੇ ਬੈਲੈਂਸ ਕੈਰੀ ਡਾਊਨ ਕ੍ਰੈਡਿਟ ਸਾਈਡ 'ਤੇ ਲਿਖ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਉਹ 2 P&L ਦੇ ਨਾਮ ਨਾਲ ਲਿਖ ਦਾਂਗੇ। ਮਤਲਬ ਜਿੱਧਰ ਬੈਲੈਂਸਿੰਗ ਫਿਗਰ ਆ ਰਹੀ ਹੈ ਉੱਥੇ P&L ਲਿਖ। 32ਵਾਂ ਕੁਐਸਚਨ ਹੈ, ਇਹਦੇ ਵਿੱਚ ਲਿਖਿਆ ਵਾ ਫਰੋਮ ਦ ਫੋਲੋਇੰਗ ਟ੍ਰਾਇਲ ਬੈਲੈਂਸ ਐਂਡ ਅਦਰ ਪਾਰਟੀਕੂਲਰਸ ਗਿਵਨ ਪ੍ਰਪੇਅਰ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਫॉर द ईयर एंडेड 31 मार्च 2024 एंड अ बैलेंस शीट एज ऑन दैट डेट। ट्रायल बैलेंस गिवन है, फिर उस तो बाद एडजस्टमेंट्स गिवन है। सब तो पहला आप ट्रेडिंग एंड प्रॉफिट एंड लॉस अकाउंट प्रिपेयर कर लेने। ये ट्रेडिंग अकाउंट के ओपनिंग स्टॉक आप डेबिट साइड से लिखांगे, परचेजिज डेबिट साइड से लिखांगे, बेसिस एंड सैलरी दिता वा सी उहदे विच आउटस्टैंडिंग सैलरी ऐड करके लिख देंगे, या अलग अलग भी लिख सकते दोनों डेबिट साइड से। उस तो बाद सेल्स क्रेडिट साइड से लिखांगे, क्लोजिंग स्टॉक भी क्रेडिट साइड से लिखांगे। दोनों साइड का टोटल करांगे, जो बैलेंसिंग फिगर आ जाएगी ग्रॉस प्रॉफिट अपने को आ रहा। उस तो बाद ग्रॉस प्रॉफिट नूं अगे ब्रॉड डाउन करांगे, फिर उत्थे डिस्काउंट आपां जो दिता वागा वो लिख देंगे। उस तो बाद डेबिट साइड प्रिपेयर कर डेप्रीशिएशन ऑन मोटर वैन लिखांगे, प्रिंटिंग एंड स्टेशनरी लिखांगे। उस तो बाद बैड एड दे विच न्यू प्रोविजन ऐड करके ओल्ड प्रोविजन माइनस करके लिखांगे। रिपेयर टू प्रीमिसिस लिखांगे, मोटर एंड डिलीवरी एक्सपेंसिस लिखांगे। उस तो बाद इहदे विच एडमिनिस्ट्रेटिव एक्सपेंसिस लिखांगे, रेट एंड टैक्सिस दे विचों प्रीपेड माइनस करके लिखांगे। स्टेशनरी इन हैंड है जो वो अपना की है प्रिंटिंग एंड स्टेशनरी चो माइनस करके लिखना सी, उपर माइनस नहीं किया, इस करके इतने फिर माइनस च शो करता है। वैसे सही ट्रीटमेंट यही है, उपर माइनस करना सी जितने प्रिंटिंग एंड स्टेशनरी लिखिया सी। उस तो बाद प्रोप्राइटरी सैलरीज लिख देंगे। दोनों साइड टोटल करांगे, जो बैलेंसिंग फिगर आ जाएगी वो नैट प्रॉफिट आ जाएगा। फिर अगे बैलेंस शीट प्रिपेयर कर लाँगे। ये आपां लायबिलिटी साइड पर पहले कैपिटल लिख लाँगे, नैट प्रॉफिट ऐड कर देंगे, जो ड्राइंग सी अपनी वो माइनस कर देंगे। उस तो बाद जो ड्राइंग 2 तरीके की सी अपनी, ये दोनों तरीके की माइनस करांगे। एक वैसे सिंपल क्वेश्चन के दी सी, एक परसनल डेट सी, दोनों माइनस करके आपां कैपिटल का बैलेंस आ जाएगा। उस तो बाद क्रैडिटर के विचों डैमेजिज माइनस करके लिखांगे, जनरल रिजर्व लिख देंगे, आउटस्टैंडिंग बेसिस प्रीवियस ईयर अपना क्रेडिट बैलेंस दिता सी तो वो भी आप इत्थे कैपिटल दे विच ऐड भी कर सकते सी, ठीक है, जां वैसे हुण लिखता है उपर रह गया करके। उस तो बाद टोटल कर देंगे। फिर एसेट साइड पर पे कर लाँगे, बैलेंस एट बैंक सी, मोटर व्हीकल सी, डेटर दे विचों प्रोविजन माइनस करांगे, एक फ्री होल्ड प्रीमिसिस सीगे वो लिख देंगे, प्रीपेड रेंट लिख देंगे, क्लोजिंग स्टॉक लिख देंगे, इन्वेंट्री जो स्टॉक है वो लिख देंगे। उस तो बाद आपां रिपेयर टू प्रीमिसिस सीगी वो भी आपां इत्थे लिख देंगे। एक तरीके नाल अपनी जिन्नी आपां P&L दे विचों माइनस कीती सी उन्नी इत्थे प्रीमिसिस आपां ऐड करके लिख देनी सीगी। क्वेश्चन फ्रॉम द फॉलोइंग ट्रायल बैलेंस ऑफ हरी एंड एडिशनल इन्फॉर्मेशन प्रिपेयर ट्रेडिंग एंड P&L अकाउंट फॉर द ईयर एंडेड 31 मार्च 2024 एंड बैलेंस शीट एज ऑन दैट डेट। ट्रायल बैलेंस गिवन, एडिशनल इन्फॉर्मेशन गिवन। उस तो बाद आप ट्रेडिंग एंड P&L अकाउंट प्रिपेयर कर लेने। ट्रेडिंग अकाउंट के सब तो पहला ओपनिंग स्टॉक लिखांगे, डेबिट साइड परचेजिज दे विचों रिटर्न माइनस करके लिखांगे, जो स्टॉक यूज्ड फॉर प्राइवेट परपज़ है वो भी आपां परचेजिज दे विचों माइनस करके लिखना होंदा, बट इत्थे नहीं लिखिया करके वो इधर लिखिया होगा, ठीक है। तुसीं परचेजिज दे विचों माइनस करके भी लिख सकते हो, वही ज़्यादा वधिया ट्रीटमेंट है जो परचेजिज चों आपां माइनस करके लिखते हैं। उस तो बाद आपां बेसिस लिख देंगे डेबिट साइड ते, फिर सेल दे विचों रिटर्न माइनस करके लिखांगे तो क्लोजिंग स्टॉक आपां लिख देंगे क्रेडिट साइड ते, ठीक है। दोनों साइड टोटल करांगे, जो बैलेंसिंग फिगर आ जाएगी ग्रॉस प्रॉफिट आ जाएगी। ग्रॉस प्रॉफिट नूं अगे ब्रॉड डाउन करांगे, ये इंटरस्ट अर्न लिख देंगे आपां क्रेडिट साइड ते, फिर डेबिट साइड प्रिपेयर कर लाँगे। ये डेप्रीशिएशन ऑन फर्नीचर है वो लिख देंगे, सैलरी दे विच आउटस्टैंडिंग सैलरी ऐड कर देंगे, प्रीपेड माइनस करके लिखांगे, रेंट लिख देंगे, बैड एड दे विच न्यू प्रोविजन ऐड करेंगे, ओल्ड प्रोविजन माइनस करेंगे, प्रिंटिंग एंड स्टेशनरी लिख देंगे, इंश्योरेंस के विचों प्रीपेड माइनस करके लिखांगे, ऑफिस एक्सपेंसिस के विच आउटस्टैंडिंग सी वो ऐड करके लिखांगे। दोनों साइड टोटल करांगे, जो बैलेंसिंग फिगर आ जाएगी नैट प्रॉफिट आ जाएगा। फिर आप इहदी बैलेंस शीट प्रिपेयर कर लेने। बैलेंस शीट के लायबिलिटी अमाउंट एसेट अमाउंट लिख लेंगे, कैपिटल के विच नैट प्रॉफिट ऐड करांगे, ड्राइंग माइनस करांगे, जो प्राइवेट ड्राइंग सी मतलब गुड्स विदड्रान सी वो भी माइनस करांगे। फिर कैपिटल का बैलेंस इधर लिख देंगे। उस तो बाद आउटस्टैंडिंग सैलरी लिख देंगे, क्रेडिटर लिख देंगे, आउटस्टैंडिंग एक्सपेंसिस ਜਿਹੜੇ ਸੀਗੇ वो भी आप ਇਹਦੇ ਵਿੱਚ लिख देंगे। सिंपल ऑफिस एक्सपेंसिस सीगी वो आउटस्टैंडिंग सी वो भी लिख देंगे। उस तो बाद एसेट साइड प्रिपेयर कर लेंगे, फर्नीचर चों डेप्रीशिएशन माइनस करके लिखांगे,
ਇੱਕ ਆਪਣੇ ਕੋਲ ਪ੍ਰੋਵੀਜ਼ਨ ਫॉर ਡੈਪਰੀਸ਼ੀਏਸ਼ਨ ਸੀ, ਉਹ ਵੀ ਆਪਾਂ ਮਾਈਨਸ ਕਰਕੇ ਲਿਖਾਂਗੇ। ਫਿਰ ਨੀਚੇ ਦਾ ਨੈਟ ਬੈਲੈਂਸ ਲਿਖ ਦਾਂਗੇ, ਠੀਕ ਹੈ। ਉਸ ਤੋਂ ਬਾਅਦ ਡੈਟਰ ਦੇ ਵਿੱਚੋਂ ਪ੍ਰੋਵੀਜ਼ਨ ਮਾਈਨਸ ਕਰਕੇ ਲਿਖਾਂਗੇ। ਪ੍ਰੀਪੇਡ ਇੰਸ਼ੋਰੈਂਸ, ਪ੍ਰੀਪੇਡ ਸੈਲਰੀ ਲਿਖ ਦਾਂਗੇ, ਕਲੋਜ਼ਿੰਗ ਸਟਾਕ ਲਿਖ ਦਾਂਗੇ। ਦੋਨੋਂ ਸਾਈਡ ਦਾ ਟੋਟਲ ਕਰਾਂਗੇ, ਮੈਚ ਹੋ ਜਾਏਗਾ। ਤੀਵਾਂ ਕੁਐਸਚਨ ਆਫ ਫੋਲੋਇੰਗ ਬੈਲੈਂਸਿਸ ਬਰ ਟੇਕਨ ਫਰੋਮ ਦਾ ਬੁੱਕਸ ਆਫ ਸ਼੍ਰੀ ਰਾਮ ਪ੍ਰਸਾਦ ਔਨ 31 ਮਾਰਚ 2024। ਆਪਾਂ ਨੂੰ ਬੈਲੈਂਸਿਸ ਦਿੱਤੇ ਹੋਏ ਆ। ਉਸ ਤੋਂ ਬਾਅਦ ਆਪਾਂ ਨੂੰ ਕਿਹਾ ਪ੍ਰਪੇਅਰ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਐਂਡ ਬੈਲੈਂਸ ਸ਼ੀਟ ਐਜ਼ ਔਨ 31 ਮਾਰਚ 2024 ਆਫਟਰ ਕੀਪਿੰਗ ਇਨ ਵਿਊ ਦਾ ਫੋਲੋਇੰਗ ਐਡਜਸਟਮੈਂਟਸ ਗਿਵਨ। ਸਭ ਤੋਂ ਪਹਿਲਾਂ ਆਪਾਂ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਪ੍ਰਪੇਅਰ ਕਰ ਲੈਂਦੇ ਹਾਂ। ਇਹਦੇ ਵਿੱਚ ਆਪਾਂ ਓਪਨਿੰਗ ਸਟਾਕ ਡੈਬਿਟ ਸਾਈਡ 'ਤੇ ਲਿਖਾਂਗੇ, ਪਰਚੇਜ਼ਿਸ 'ਚ ਰਿਟਰਨ ਮਾਈਨਸ ਕਰਕੇ ਲਿਖਾਂਗੇ, ਬੇਸਿਸ ਲਿਖ ਦਾਂਗੇ, ਕੈਰੀਜ਼ ਇਨਵਰਡ ਲਿਖ ਦਾਂਗੇ। ਫਿਰ ਕ੍ਰੈਡਿਟ ਸਾਈਡ 'ਤੇ ਸੇਲ ਦੇ ਵਿੱਚ ਰਿਟਰਨ ਮਾਈਨਸ ਕਰਕੇ ਲਿਖ ਦਾਂਗੇ, ਕਲੋਜ਼ਿੰਗ ਸਟਾਕ ਲਿਖ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਗਰੋਸ ਪ੍ਰੋਫਿਟ ਆ ਜਾਏਗੀ। ਗਰੋਸ ਪ੍ਰੋਫਿਟ ਨੂੰ ਅੱਗੇ ਬਰੋਡ ਡਾਊਨ ਕ੍ਰੈਡਿਟ ਸਾਈਡ 'ਤੇ ਕਰਾਂਗੇ, ਡਿਸਕਾਊਂਟ ਲਿਖ ਦਾਂਗੇ। ਇੱਕ ਤਾਂ ਆਪਾਂ ਨੂੰ ਕਿਹਾ ਵਾ ਸੀ 2100 ਰੁਪਏ ਉੱਥੇ ਬੈਲੈਂਸਿਸ ਦਿੱਤੇ ਸੀ ਉਹ। ਉਸ ਤੋਂ ਬਾਅਦ ਇੱਕ ਨੀਚੇ ਲਿਖਿਆ ਵਾ ਸੀਗਾ 200 ਰਿਸੀਵੇਬਲ ਆ, ਮਤਲਬ ਕਿ ਇੱਕ ਤਰੀਕੇ ਦਾ ਆਊਟਸਟੈਂਡਿੰਗ ਜਿਵੇਂ ਐਕਸਪੈਂਸਿਸ ਹੁੰਦੇ ਸੀ ਉਸ ਤਰੀਕੇ ਨਾਲ ਰਿਸੀਵੇਬਲ ਰਿਸੀਵ ਕਰਨ ਵਾਲਾ ਰਹਿੰਦਾ ਹੈਗਾ, ਅਤੇ ਇਹ ਵੀ ਐਡ ਕਰਕੇ ਲਿਖ ਦਾਂਗੇ। ਪ੍ਰੀਪੇਡ ਇੰਸ਼ੋਰੈਂਸ ਇੱਧਰ ਇੱਕ ਲਿਖ ਦਾਂਗੇ। ਉਹ ਵੈਸੇ ਇੰਸ਼ੋਰੈਂਸ ਦੇ ਵਿੱਚੋਂ ਮਾਈਨਸ ਹੋਣਾ ਸੀਗਾ, ਉਧਰ ਮਾਈਨਸ ਨਹੀਂ ਕੀਤਾ ਕਰਕੇ ਕ੍ਰੈਡਿਟ ਸਾਈਡ 'ਤੇ ਲਿਖਿਆ ਵਾ, ਠੀਕ ਹੈ। ਫਿਰ ਆਪਾਂ ਪਹਿਲਾਂ ਡੈਬਿਟ ਸਾਈਡ ਪ੍ਰਪੇਅਰ ਕਰ ਲੈਂਦੇ ਹੈਗੇ। ਆਫਿਸ ਐਕਸਪੈਂਸਿਸ ਲਿਖ ਦਾਂਗੇ, ਰੇਲਵੇ ਫਲਾਈਟ ਐਂਡ ਅਦਰ ਐਕਸਪੈਂਸਿਸ ਔਨ ਗੁੱਡ ਸੋਲਡ ਇਹ ਲਿਖ ਦਾਂਗੇ, ਰੇਟ ਐਂਡ ਇੰਸ਼ੋਰੈਂਸ ਲਿਖ ਦਾਂਗੇ। ਉਸ ਤੋਂ ਬਾਅਦ ਇਹਦੇ ਵਿੱਚੋਂ ਆਪਾਂ ਪ੍ਰੀਪੇਡ ਵੈਸੇ ਮਾਈਨਸ ਕਰਕੇ ਲਿਖਣਾ ਹੁੰਦਾ 240 ਰੁਪਏ, ਠੀਕ ਹੈ। ਇੱਧਰ ਜਗ੍ਹਾ ਨਹੀਂ ਬਚੀ ਕਰਕੇ ਇੱਧਰ ਕਰਤਾ। ਉਸ ਤੋਂ ਬਾਅਦ ਇੰਟਰਸਟ ਔਨ ਕੈਪੀਟਲ ਲਿਖ ਦਾਂਗੇ। ਬੈਡ ਡੈਟ ਦੇ ਵਿੱਚ ਫਰਦਰ ਐਡ ਕਰਾਂਗੇ, ਨਿਊ ਪ੍ਰੋਵੀਜ਼ਨ ਐਡ ਕਰਾਂਗੇ, ਓਲਡ ਮਾਈਨਸ ਕਰਕੇ ਲਿਖਾਂਗੇ। ਫਿਰ ਡੈਪਰੀਸ਼ੀਏਸ਼ਨ ਲਾ ਦਾਂਗੇ, ਬਿਲਡਿੰਗ ਦੀ, ਨਿਊ ਬਿਲਡਿੰਗ, ਆਫਿਸ ਫਰਨੀਚਰ ਸਾਰਿਆਂ ਦੀ, ਪ੍ਰਿੰਟਿੰਗ ਐਂਡ ਸਟੇਸ਼ਨਰੀ ਲਿਖਾਂਗੇ, ਪੋਸਟੇਜ ਐਂਡ ਟੈਲੀਗ੍ਰਾਮ, ਸੈਲਰੀ ਐਂਡ ਕਮਿਸ਼ਨ, ਆਊਟਸਟੈਂਡਿੰਗ ਸੈਲਰੀ। ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਨੈਟ ਪ੍ਰੋਫਿਟ ਆ। ਬੈਲੈਂਸ ਸ਼ੀਟ ਪ੍ਰਪੇਅਰ ਕਰ ਲਾਂਗੇ। ਇਹਦੇ ਵਿੱਚ ਆਪਾਂ ਲਾਇਬਿਲਿਟੀਜ਼ ਅਮਾਊਂਟ, ਐਸੈਟਸ ਅਮਾਊਂਟ ਲਿਖਾਂਗੇ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕੈਪੀਟਲ ਲਿਖਾਂਗੇ, ਉਹਦੇ ਵਿੱਚ ਇੰਟਰਸਟ ਔਨ ਕੈਪੀਟਲ ਐਡ, ਨੈਟ ਪ੍ਰੋਫਿਟ ਐਡ, ਡਰਾਇੰਗ ਮਾਈਨਸ ਕਰਕੇ ਲਿਖਾਂਗੇ। ਫਿਰ ਸੈਂਡਰੀ, ਕ੍ਰੈਡੀਟਰ, ਆਊਟਸਟੈਂਡਿੰਗ ਸੈਲਰੀ ਲਿਖ ਦਾਂਗੇ। ਇੱਧਰ ਐਸੈਟ ਸਾਈਡ ਪ੍ਰਪੇਅਰ ਕਰ ਲੈਣੇ, ਵਿੱਚ ਬਿਲਸ ਰਿਸੀਵੇਬਲ ਲਿਖਾਂਗੇ। ਬਿਲਡਿੰਗ ਦੇ ਵਿੱਚੋਂ ਆਪਾਂ ਡੈਪਰੀਸ਼ੀਏਸ਼ਨ ਮਾਈਨਸ ਕਰਕੇ ਲਿਖਾਂਗੇ। ਉਸ ਤੋਂ ਬਾਅਦ ਰੈਂਟ ਰਿਸੀਵੇਬਲ ਲਿਖ ਦਾਂਗੇ। ਸੈਂਡਰੀ ਡੈਟਰ ਦੇ ਵਿੱਚੋਂ ਬੈਡ ਡੈਟ ਪ੍ਰੋਵੀਜ਼ਨ ਮਾਈਨਸ ਕਰਕੇ ਲਿਖਾਂਗੇ। ਇੱਕ ਐਡੀਸ਼ਨ ਟੂ ਬਿਲਡਿੰਗ ਸੀਗੀ, ਉਹ 'ਚੋਂ ਵੀ ਉਹਦੀ ਜਿੰਨੀ ਡੈਪਰੀਸ਼ੀਏਸ਼ਨ ਬਣਦੀ ਸੀ ਉਹ ਮਾਈਨਸ ਕਰਕੇ ਲਿਖਾਂਗੇ। ਆਫਿਸ ਫਰਨੀਚਰ 'ਚੋਂ ਡੈਪਰੀਸ਼ੀਏਸ਼ਨ ਮਾਈਨਸ ਕਰਕੇ ਲਿਖਾਂਗੇ। ਕੈਸ਼ ਇਨ ਹੈਂਡ, ਕੈਸ਼ ਐਟ ਬੈਂਕ ਲਿਖ ਦਾਂਗੇ। ਪ੍ਰੀਪੇਡ ਇੰਸ਼ੋਰੈਂਸ ਸੀਗਾ, ਐਸੈਟ ਸੀ ਉਹ ਲਿਖ ਦਾਂਗੇ। ਕਲੋਜ਼ਿੰਗ ਸਟਾਕ ਉਹ ਲਿਖ ਦਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ, ਮੈਚ ਹੋ ਜਾਏਗਾ। ਇੱਕ ਇਹਦੇ ਵਿੱਚੋਂ ਬਿਲਡਿੰਗ ਤੇ ਐਡੀਸ਼ਨ ਟੂ ਬਿਲਡਿੰਗ ਸੀ, ਭਾਵੇਂ ਇਕੱਠਾ ਵੀ ਲਿਖ ਸਕਦੇ ਸੀਗੇ। 35ਵਾਂ ਕੁਐਸਚਨ ਔਨ 31 ਮਾਰਚ 2024 ਦਾ ਫੋਲੋਇੰਗ ਟ੍ਰਾਇਲ ਬੈਲੈਂਸ ਵਾਜ਼ ਐਕਸਟ੍ਰੈਕਟਡ ਫਰੋਮ ਦ ਬੁੱਕਸ ਆਫ ਅ ਮਰਚੈਂਟ। ਇਹਦੇ ਵਿੱਚ ਟ੍ਰਾਇਲ ਬੈਲੈਂਸ ਗਿਵਨ ਆ। ਫਿਰ ਕਿਹਾ ਵਾ ਪ੍ਰਪੇਅਰ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਫॉर द ईयर एंडिंग 31 मार्च 2024 एंड बैलेंस शीट ऑन दैट डेट आफ्टर मेकिंग द फॉलोइंग एडजस्टमेंट्स। ਆਪਾਂ ਨੂੰ ਐਡਜਸਟਮੈਂਟਸ ਗਿਵਨ ਆ, ਤਾਂ ਆਪਾਂ ਟ੍ਰੇਡਿੰਗ ਐਂਡ P&L ਅਕਾਊਂਟ ਪ੍ਰਪੇਅਰ ਕਰ ਲੈਂਦੇ ਹਾਂ। ਟ੍ਰੇਡਿੰਗ ਅਕਾਊਂਟ ਦੇ ਵਿੱਚ ਓਪਨਿੰਗ ਸਟਾਕ ਲਿਖਾਂਗੇ, ਪਰਚੇਜ਼ਿਸ 'ਚ ਰਿਟਰਨ ਮਾਈਨਸ ਕਰਕੇ ਲਿਖਾਂਗੇ, ਕੈਰੀਜ਼ ਇਨਵਰਡ ਲਿਖਾਂਗੇ। ਫਿਰ ਇੱਧਰ ਕ੍ਰੈਡਿਟ ਸਾਈਡ ਪ੍ਰਪੇਅਰ ਕਰ ਲਾਂਗੇ, ਸੇਲ ਦੇ ਵਿੱਚ ਰਿਟਰਨ ਮਾਈਨਸ ਕਰਕੇ ਲਿਖਾਂਗੇ, ਕਲੋਜ਼ਿੰਗ ਸਟਾਕ ਲਿਖਾਂਗੇ। ਉਸ ਤੋਂ ਬਾਅਦ ਦੋਨੋਂ ਸਾਈਡ ਟੋਟਲ ਕਰਾਂਗੇ, ਜੋ ਬੈਲੈਂਸਿੰਗ ਫਿਗਰ ਆ ਜਾਏਗੀ ਗਰੋਸ ਪ੍ਰੋਫਿਟ ਆ ਜਾਏਗੀ। ਗਰੋਸ ਪ੍ਰੋਫਿਟ ਨੂੰ ਅੱਗੇ ਬਰੋਡ ਡਾਊਨ ਕਰਾਂਗੇ, ਡਿਸਕਾਊਂਟ ਲਿਖ ਦਾਂਗੇ। ਇੱਧਰ ਰੈਂਟ ਰਿਸੀਵ, ਬੈਡ ਡੈਟ ਰਿਸੀਵਡ, ਤਿੰਨੋਂ ਚੀਜ਼ਾਂ ਲਿਖ ਦਾਂਗੇ। ਉਸ ਤੋਂ ਬਾਅਦ ਆਪਾਂ ਡੈਬਿਟ ਸਾਈਡ ਪ੍ਰਪੇਅਰ ਕਰ ਲਾਂਗੇ, ਜਨਰਲ ਐਕਸਪੈਂਸਿਸ ਲਿਖ ਦਾਂਗੇ, ਕੈਰੀਜ਼ ਆਊਟਵਰਡ ਲਿਖ ਦਾਂਗੇ। ਇੰਟਰਸਟ ਔਨ ਲੋਨ ਸੀ ਜੋ ਉਹਦੇ ਵਿੱਚ ਅਨਪੇਡ ਸੀਗਾ, ਉਹ ਆਪਾਂ ਕੀ ਕਰਾਂਗੇ ਇੱਥੇ ਐਡ ਕਰਕੇ ਲਿਖਾਂਗੇ। ਅਨਪੇਡ ਔਨ ਲੋਨ ਲਈ ਆਪਾਂ ਨੂੰ ਐਡਜਸਟਮੈਂਟ ਦਿੱਤੀ ਸੀ ਦੂਜੇ ਨੰਬਰ 'ਤੇ, ਐਟ ਦ ਰੇਟ 6% ਪਰ ਐਨਮ ਇਜ਼ ਅਨਪੇਡ ਫॉर 6 ਮੰਥ। ਕਹਿੰਦੇ 6 ਮਹੀਨਿਆਂ ਦਾ ਆਊਟਸਟੈਂਡਿੰਗ ਆ 95,000 ਸੀ, ਉਹਦਾ 6% ਕੱਢਿਆ 5700 ਆ ਗਿਆ, ਠੀਕ ਹੈ। ਉਹ ਪੂਰੇ ਸਾਲ ਦਾ ਸੀ, 6 ਮਹੀਨਿਆਂ ਦਾ 2850 ਆ ਜਾਏਗਾ, ਉਹ ਵਿੱਚ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ, ਠੀਕ ਹੈ। ਉਸ ਤੋਂ ਬਾਅਦ ਡੈਪਰੀਸ਼ੀਏਸ਼ਨ ਬਿਲਡਿੰਗ ਮੋਟਰ ਵਹੀਕਲ 'ਤੇ ਲਾਵਾਂਗੇ, ਬੈਡ ਡੈਟ ਲਿਖ ਦਾਂਗੇ, ਸੈਲਰੀ 'ਚ ਆਊਟਸਟੈਂਡਿੰਗ ਸੈਲਰੀ ਐਡ ਕਰਕੇ ਲਿਖਾਂਗੇ। ਅਤੇ ਉਸ ਤੋਂ ਬਾਅਦ ਰੇਟ, ਟੈਕਸ, ਇੰਸ਼ੋਰੈਂਸ ਲਿਖਾਂਗੇ। ਆਊਟਸਟੈਂਡਿੰਗ ਰੈਂਟ ਦੀ ਵੀ ਐਡਜਸਟਮੈਂਟ ਦਿੱਤੀ ਸੀਗੀ ਰੇਟ ਦੀ, ਉਹ ਆਪਾਂ ਲਿਖ ਦਾਂਗੇ। ਉਸ ਤੋਂ ਬਾਅਦ ਪ੍ਰੀਪੇਡ ਇੰਸ਼ੋਰੈਂਸ ਵਿੱਚੋਂ ਮਾਈਨਸ ਕਰਕੇ ਲਿਖਣਾ ਸੀ, ਠੀਕ ਹੈ। ਤਾਂ ਉਹ ਇੰਸ਼ੋਰੈਂਸ 'ਚੋਂ ਮਾਈਨਸ ਕਰਕੇ ਲਿਖਣਾ ਸੀਗਾ, ਤਾਂ ਆਪਾਂ ਉਹ ਮਾਈਨਸ ਕਰਕੇ ਵੀ ਲਿਖ ਸਕਦੇ ਸੀਗੇ, ਠੀਕ ਹੈ। ਜਾਂ ਹੁਣ ਇੱਥੇ ਮਾਈਨਸ ਕਰਨਾ ਰਹਿ ਗਿਆ ਸੀ ਤਾਂ ਇੱਥੇ ਪਰਟੀਕੂਲਰਸ ਦੀ ਵਜ੍ਹਾ 'ਤੇ ਅਮਾਊਂਟ ਵਾਲੇ ਕਾਲਮ 'ਚ ਹੀ ਆਪਾਂ ਪਤਾ ਹੈਗਾ ਉੱਥੇ ਕਰ ਦਿਓ। ਉਸ ਤੋਂ ਬਾਅਦ ਐਡਵਰਟਾਈਜ਼ਿੰਗ ਲਿਖ ਦਾਂਗੇ, ਪ੍ਰੋਵੀਜ਼ਨ ਬਣਾਈ ਉਹ ਲਿਖ ਦਾਂਗੇ। ਮੈਨੇਜਰ ਕਮਿਸ਼ਨ,
ਆਪਾਂ ਲਿਖ ਦਾਂਗੇ ਮੈਨੇਜਰ ਕਮਿਸ਼ਨ ਲਿਖਿਆ ਸੀ ਔਨ ਨੈਟ ਪ੍ਰੋਫਿਟ ਆਫਟਰ ਚਾਰਜਿੰਗ ਸੱਚ ਕਮਿਸ਼ਨ ਤਾਂ 10/110 ਲਾਵਾਂਗੇ। ਦੋਨੋਂ ਸਾਈਡ ਟੋਟਲ ਕਰਨ ਤੋਂ ਬਾਅਦ ਜੋ ਵੈਲਿਊ ਹੋਣੀ ਸੀ ਉਹਦੇ 10/110 ਲਾ ਕੇ ਫਿਰ ਉਹ ਹੀ ਵੈਲਿਊ ਆਪਾਂ ਘਟਾ ਦੇਣੀ ਸੀ। ਉਹ ਘਟਾਉਣ ਤੋਂ ਬਾਅਦ ਆਪਣੇ ਕੋਲ ਨੈਟ ਪ੍ਰੋਫਿਟ ਆ ਜਾਏਗਾ। ਫਿਰ ਆਪਾਂ ਬੈਲੈਂਸ ਸ਼ੀਟ ਪ੍ਰਪੇਅਰ ਕਰ ਲਾਂਗੇ। ਬੈਲੈਂਸ ਸ਼ੀਟ ਲਈ ਲਾਇਬਿਲਿਟੀ ਦੇ ਵਿੱਚ ਕੈਪੀਟਲ ਦੇ ਵਿੱਚ ਨੈਟ ਪ੍ਰੋਫਿਟ ਐਡ ਕਰਕੇ ਡਰਾਇੰਗ ਮਾਈਨਸ ਕਰਕੇ ਲਿਖਾਂਗੇ। ਜੋ ਆਊਟਸਟੈਂਡਿੰਗ ਇੰਟਰਸਟ ਔਨ ਲੋਨ ਸੀ ਉਹ ਲਿਖ ਦਾਂਗੇ। ਆਊਟਸਟੈਂਡਿੰਗ ਸੈਲਰੀ ਰੇਟ ਉਹ ਲਿਖ ਦਾਂਗੇ। ਸੈਲਰੀ ਕਰੈਕਟਰ ਲਿਖ ਦਾਂਗੇ। ਮੈਨੇਜਰ ਕਮਿਸ਼ਨ ਲਿਖ ਦਾਂਗੇ। ਲੋਨ ਔਨ ਮੌਰਟਗੇਜ ਸੀਗਾ ਉਹ ਲਿਖ ਦਾਂਗੇ। ਠੀਕ ਹੈ, ਮੈਨੇਜਰ ਕਮਿਸ਼ਨ ਵੀ ਕਿਉਂਕਿ ਰਿਸੀਵੇਬਲ ਪੇਏਬਲ ਹੁੰਦੀ ਹੈ ਇਸ ਕਰਕੇ ਲਿਖ ਦਿੰਦੇ। ਉਸ ਤੋਂ ਬਾਅਦ ਬਿਲਸ ਪੇਏਬਲ ਆ ਉਹ ਲਿਖ ਦਾਂਗੇ। ਫਿਰ ਇੱਧਰ ਐਸਟ ਸਾਈਡ 'ਤੇ ਆਪਾਂ ਕੈਸ਼ ਐਟ ਬੈਂਕ ਲਿਖ ਦਾਂਗੇ। ਲੈਂਡ ਐਂਡ ਬਿਲਡਿੰਗ 'ਚੋਂ ਡੈਪਰੀਸ਼ੀਏਸ਼ਨ ਮਾਈਨਸ ਕਰਕੇ ਲਿਖਾਂਗੇ। ਮੋਟਰ ਵਹੀਕਲ 'ਚੋਂ ਡੈਪਰੀਸ਼ੀਏਸ਼ਨ ਮਾਈਨਸ ਕਰਕੇ ਲਿਖਾਂਗੇ। ਪ੍ਰੀਪੇਡ ਇੰਸ਼ੋਰੈਂਸ ਲਿਖ ਦਾਂਗੇ। ਕੈਸ਼ ਇਨ ਹੈਂਡ ਲਿਖ ਦਾਂਗੇ। ਬਿਲਸ ਰਿਸੀਵੇਬਲ। ਕਲੋਜ਼ਿੰਗ ਸਟਾਕ ਆਪਾਂ ਇਹਦੇ ਵਿੱਚ ਆਪਾਂ ਨੂੰ ਦਿੱਤਾ ਵਾ ਸੀਗਾ ਕਲੋਜ਼ਿੰਗ ਸਟਾਕ ਦੀ ਐਡਜਸਟਮੈਂਟ ਗੁੱਡਸ ਕਾਸਟਿੰਗ 5% ਟੂ ਕਸਟਮਰ ਔਨ ਸੇਲ ਔਰ ਰਿਟਰਨ ਬੇਸਿਸ। ਠੀਕ ਹੈ, ਤਾਂ ਇਹਦੇ ਵਿੱਚ ਆਪਾਂ ਕਲੋਜ਼ਿੰਗ ਸਟਾਕ ਦੇ ਵਿੱਚ ਕਾਸਟ ਵਾਲੀ ਵੈਲਿਊ ਐਡ ਕਰਦੇ ਹੁੰਦੇ ਹਾਂ। ਇਹ ਆਪਾਂ ਉੱਪਰ ਵੀ ਕੀਤੀ ਸੀਗੀ ਜਿੱਥੇ ਕਲੋਜ਼ਿੰਗ ਸਟਾਕ ਸ਼ੋਅ ਕੀਤਾ ਵਾ ਮਤਲਬ ਕਿ ਆਪਣਾ ਕ੍ਰੈਡਿਟ ਸਾਈਡ 'ਤੇ ਟ੍ਰੇਡਿੰਗ ਅਕਾਊਂਟ 'ਤੇ। ਠੀਕ ਹੈ, ਉਸ ਤੋਂ ਬਾਅਦ ਸੈਂਟਰੀ ਡੈਟਰਸ ਦੇ ਵਿੱਚੋਂ ਪ੍ਰੋਵੀਜ਼ਨ ਆਪਾਂ ਮਾਈਨਸ ਕਰਕੇ ਲਿਖਾਂਗੇ। ਦੋਨੋਂ ਸਾਈਡ ਟੋਟਲ ਕਰਾਂਗੇ ਬੈਲੈਂਸ ਆਪਣਾ ਮਤਲਬ ਕਿ ਟੋਟਲ ਮੈਚ ਹੋ ਜਾਏਗਾ। ਇੱਕ ਆਪਾਂ 6000 ਜੋ ਕਿਹਾ ਸੀਗਾ ਗੁੱਡਸ ਕਾਸਟਿੰਗ 5% ਟੂ ਕਸਟਮਰ ਔਨ ਸੇਲ ਔਰ ਰਿਟਰਨ ਫॉर 6000 ਦੀ ਸੀਗੀ ਤਾਂ ਇਸ ਕਰਕੇ ਡੈਟਰ ਦੇ ਵਿੱਚੋਂ ਵੀ 6000 ਮਾਈਨਸ ਕਰਾਂਗੇ ਕਿਉਂਕਿ ਹਜੇ ਪਤਾ ਨਹੀਂ ਆਪਾਂ ਨੂੰ ਵੀ ਐਕਚੁਅਲ ਸੇਲ ਆਪਾਂ ਟਰੀਟ ਕਰਨਾ ਕਿ ਨਹੀਂ ਕਰਨਾ। ਇਹ ਐਕਚੁਅਲ ਇਹਨਾਂ ਨੇ ਕਰ ਲਿਆ ਸੀ ਤਾਂ ਇਸ ਕਰਕੇ ਡੈਟਰ ਦੇ ਵਿੱਚੋਂ ਵੀ ਮਾਈਨਸ ਕਰ ਦਾਂਗੇ ਕਿਉਂਕਿ ਐਕਚੁਅਲ ਨਹੀਂ ਗਈ ਹੈ ਅਤੇ ਇੱਕ ਆਪਾਂ ਸੇਲ ਦੇ ਵਿੱਚੋਂ ਵੀ ਮਾਈਨਸ ਕਰਾਂਗੇ।